अपने MLA साहब जिन्होंने बहुत मेहनत करके सब के बहुत सत्कार लिया करके ये इन्होंने टिकट मिली है। इसलिए आप हम सारा एससी विंग दे ते जनरल ते यूथ अकाली दल दे ਜਿਹੜੇ ਸਰਕਲ ਪ੍ਰਧਾਨ ਨੇ ਉਹਨਾਂ ਤੋਂ ਮਾਫੀ ਮੰਗਦੇ ਆ, ਸਮਾਂ ਨਹੀਂ ਦੇ ਸਕਦੇ ਤੇ ਹੁਣ ਬੇਨਤੀ ਕਰਦੇ ਆ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਮਿੱਤ ਸਿੰਘ ਜੀ ਬਰਾੜ ਸਾਹਿਬ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਆਪਦੀ ਚੁਆਇਸ ਦੇ ਵਿੱਚੋਂ ਆਪਾਂ ਨੂੰ ਘੀਰਾ ਚੁੱਕ ਕੇ ਦਿੱਤਾ। ਪਿਛਲੀ ਵਾਰੀ 5 ਸਾਲ ਲਗਾਤਾਰ MLA ਦੇ ਤੌਰ ਤੇ ਇਹਨਾਂ ਨੇ ਕੰਮ ਕੀਤਾ। ਸਰਕਾਰ ਨਾ ਹੋਣ ਦੇ ਬਾਵਜੂਦ ਵੀ ਕਿਸੇ ਨੂੰ ਗਿਲਾ ਸ਼ਿਕਵਾ ਨਹੀਂ ਹੋਣ ਦਿੱਤਾ। ਹੁਣ ਤਾਂ ਗੁਰੂ ਮਹਾਰਾਜ ਦੀ ਕਿਰਪਾ ਹੈ, ਜਿਵੇਂ ਬਨੇਰੇ ਦੇ ਸਾਹਮਣੇ ਲਿਖਿਆ ਜਸ ਪੈਂਦਾ ਹੈ ਉਸ ਤਰ੍ਹਾਂ ਲੱਗਦਾ ਵੀ ਆਪਣੀ ਸਰਕਾਰ 100% ਆ ਜਾਣੀ। ਇਸ ਕਰਕੇ ਭਰਾਓ ਇੱਕ ਬੇਨਤੀ ਕਰਨੇ ਆ, ਜਿਹੜੇ ਵਰਕਰ ਨੇ ਆਪਦੇ ਨਾਲ ਜਿਹੜੇ ਅੱਜ ਆਪਣੇ ਆ ਸਾਰੇ ਵਰਕਰ ਨੇ ਇੱਕ ਪਾਰਟੀ ਦੀ ਕਰੀਮ ਹੈ, ਤੁਸੀਂ ਆਪਦੇ ਨਾਲ ਘੱਟ ਤੋਂ ਘੱਟ 100 ਬੰਦਾ ਹੋਰ ਜੋੜੋ ਤਾਂ ਕਿ ਆਪਾਂ ਲੀਡ ਲੈ ਕੇ ਪਤਾ ਲੱਗੇ ਵੀ ਸਭ ਤੋਂ ਲੀਡ ਆਪਾਂ ਜੇ ਲਈ ਇੱਥੋਂ ਆਪਣਾ ਲੀਡ ਦਾ ਮੁਕਾਬਲਾ, ਜਿੱਤ ਦੀ ਕੋਈ ਮੁਕਾਬਲਾ ਨਹੀਂ। ਇਸ ਕਰਕੇ ਮੈਂ ਆਪ ਸਾਰਿਆਂ ਦਾ ਧੰਨਵਾਦ ਕਰਨਾ, ਸਰਦਾਰ ਸੁਖਬੀਰ ਸਿੰਘ ਬਾਦਲ ਦਾ ਧੰਨਵਾਦ ਕਰਨਾ, ਪ੍ਰਕਾਸ਼ ਸਿੰਘ ਬਾਦਲ ਦਾ ਧੰਨਵਾਦ ਕਰਨੇ ਆ ਜਿਨ੍ਹਾਂ ਨੇ ਸਾਡੇ ਹਲਕੇ 'ਤੇ ਦੁਬਾਰਾ ਕੰਵਰਜੀਤ ਫਿਰੋਜ਼ੀ ਨੂੰ ਮਾਣ ਬਖਸ਼ਿਆ ਹੈ। ਹੁਣ ਗੱਲ ਸਾਡੇ ਮੋਢਿਆਂ 'ਤੇ ਰਹਿ ਗਈ ਹੈ ਵੀ ਅਸੀਂ ਕਿੰਨੀਆਂ ਵੋਟਾਂ 'ਤੇ ਜਿਤਾਉਣੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਅੱਜ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਸਾਰੇ ਵਰਕਰ ਸਾਹਿਬਾਨ ਗੁਰੂ ਮਹਾਰਾਜ ਦੇ ਚਰਨਾਂ 'ਚ ਨਤਮਸਤਕ ਹੋਣ ਆਏ ਆ ਤੇ ਗੁਰੂ ਮਹਾਰਾਜ ਦਾ ਸ਼ੁਕਰਾਨਾ ਕਰਨ ਆਏ ਆ, ਕਿਉਂਕਿ ਉਹਨਾਂ ਨੇ ਬੜੀ ਵੱਡੀ ਬਖਸ਼ਿਸ਼ ਕੀਤੀ। ਕਿਉਂਕਿ ਆ ਰਹਿਮਤਾਂ ਤੇ ਆ ਬਖਸ਼ਿਸ਼ਾਂ ਗੁਰੂ ਮਹਾਰਾਜ ਦੀ ਕਿਰਪਾ ਨਾਲ ਮਿਲਦੀ ਆ। ਤੇ ਦੂਸਰਾ ਦਿਲ ਦੀਆਂ ਗਹਿਰਾਈਆਂ ਤੋਂ ਅਸੀਂ ਧੰਨਵਾਦ ਕਰਦੇ ਹਾਂ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦਾ, ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਾ, ਜਿਨ੍ਹਾਂ ਨੇ ਵੀ ਵਿਸ਼ਵਾਸ ਪ੍ਰਗਟਾਉਂਦਿਆਂ ਹੋਇਆ ਆਪਦੇ ਇਸ ਬੱਚੇ ਨੂੰ, ਆਪਦੇ ਇਸ ਵਰਕਰ ਨੂੰ, ਨਿਮਾਣੇ ਜਿਹੇ ਵਰਕਰ ਨੂੰ ਬਹੁਤ ਵੱਡੀ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਇੱਕ ਬਹੁਤ ਵੱਡੀ ਜਥੇਬੰਦੀ ਹੈ, 100 ਸਾਲ ਪੁਰਾਣੀ ਆ, ਤੇ ਬੜਾ ਮਾਣ ਮਹਿਸੂਸ ਹੁੰਦਾ ਵੀ ਜਦੋਂ ਇਹੋ ਜਿਹੀ ਜਥੇਬੰਦੀ ਦੀ ਜਦੋਂ ਇਲੈਕਸ਼ਨ ਲੜ ਕੇ ਟਿਕਟ ਹਾਸਲ ਕਰਕੇ ਇਲੈਕਸ਼ਨ ਲੜਨ ਦਾ ਮੌਕਾ ਮਿਲਦਾ ਤੇ ਸੰਗਤ ਦੀ ਸੇਵਾ ਕਰਨ ਦਾ ਮੌਕਾ ਮਿਲਦਾ। ਕਿਉਂਕਿ ਮੈਨੂੰ ਯਾਦ ਆ ਉਹ ਦਿਨ ਜਦੋਂ ਅੱਜ ਤੋਂ ਤਕਰੀਬਨ 22-23 ਸਾਲ ਪਹਿਲੋਂ, ਜੇ ਆਪਾਂ ਕਹਿ ਲਈਏ ਤਾਂ ਮੇਰੇ ਬਜ਼ੁਰਗ ਸਰਦਾਰ ਮਨਜੀਤ ਸਿੰਘ ਬਰਕੰਦੀ ਤਕਰੀਬਨ ਉਹਨਾਂ ਨੇ 25 ਸਾਲ ਜ਼ਿਲ੍ਹੇ ਦੀ ਸੇਵਾ ਨਿਭਾਈ ਆ, ਪਰ ਉਸ ਤੋਂ ਬਾਅਦ ਜੇ 20-22 ਸਾਲ ਹੋ ਗਏ ਤਾਂ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਉਂਗਲ ਫੜ ਕੇ ਅਸੀਂ ਚੱਲਣਾ ਸਿੱਖਿਆ ਸਿਆਸਤ 'ਚ, ਤੇ ਅਸੀਂ ਵਿਸ਼ਵਾਸ ਦਿਵਾਉਣੇ ਆ ਸਾਡੇ ਪ੍ਰਧਾਨ ਸਾਹਿਬ ਨੂੰ। ਜਿਸ ਤਰ੍ਹਾਂ ਉਹਨਾਂ ਨੇ ਵਿਸ਼ਵਾਸ ਪ੍ਰਗਟਾਇਆ ਅਸੀਂ ਉਹਨਾਂ ਦਾ ਬਾਖੂਬੀ ਜ਼ਿੰਮੇਵਾਰੀ ਨਿਭਾਵਾਂਗੇ ਤੇ ਇੱਥੇ ਸੀਟ ਜਿੱਤ ਕੇ ਉਹਨਾਂ ਦੀ ਝੋਲੀ ਪਾਵਾਂਗੇ। ਮੁਕਾਬਲਾ ਕਿੰਨਾ ਸਮਝਦੇ? ਦੇਖੋ, ਮੈਂ ਤੁਹਾਨੂੰ ਇੱਕ ਗੱਲ ਜ਼ਰੂਰ ਕਹੂੰਗਾ, ਮੈਂ ਕੱਲ ਵੀ ਪ੍ਰੈਸ ਵਾਲਿਆਂ ਨੂੰ, ਵੀਰਾਂ ਨੂੰ ਕਿਹਾ ਸੀ ਵੀ ਜਿਹੜਾ ਇਲੈਕਸ਼ਨ ਹੁੰਦਾ ਨਾ, ਆਹ ਹਰ ਮੋੜ ਤੇ ਨਵਾਂ ਇਹਦਾ ਸਿਸਟਮ ਹੁੰਦਾ, ਕਿਸੇ ਨੂੰ ਮਾੜਾ ਨਹੀਂ ਸਮਝਣਾ ਚਾਹੀਦਾ। ਅਸੀਂ ਤਾਂ ਗੁਰੂ ਮਹਾਰਾਜ ਤੋਂ ਡਰ ਕੇ ਕਹਿੰਦੇ ਆ ਵੀ ਅਸੀਂ ਜਿੱਤ ਹਾਸਲ ਕਰਾਂਗੇ, ਮੁਕਾਬਲਾ ਜਿਹਦੇ ਨਾਲ ਮਰਜ਼ੀ। ਅਕਾਲੀ ਦਲ ਨੇ BSP ਨਾਲ ਅਲਾਇੰਸ ਨੂੰ ਕੀਤਾ, BJP ਨਾਲ ਨਹੀਂ ਹੈ, ਕਿਵੇਂ ਲੱਗਦਾ ਜੀ? ਦੇਖੋ ਯਾਰ, ਆ ਤਾਂ ਜਿਹੜਾ ਸਿਆਸੀ ਸਮੀਕਰਨਾਂ ਦੀ ਗੱਲ ਹੁੰਦੀ ਆ, ਅੱਜ ਉਹਨਾਂ ਨੇ ਕਿਸਾਨੀ ਤੇ ਵਿੱਚ ਬੜਾ ਵੱਡਾ ਪਿੱਠ 'ਚ ਛੁਰਾ ਮਾਰਿਆ ਸ਼੍ਰੋਮਣੀ ਅਕਾਲੀ ਦਲ ਨੂੰ, ਵਿਸ਼ਵਾਸ 'ਚ ਲਿਆ ਕੇ BJP ਨੇ ਬੜਾ ਵੱਡਾ ਧੋਖਾ ਕੀਤਾ। ਤੇ ਅਸੀਂ ਜਿਹੜੀ ਸ਼੍ਰੋਮਣੀ ਅਕਾਲੀ ਦਲ ਆ, ਹਮੇਸ਼ਾ ਕਿਸਾਨ ਮਜ਼ਦੂਰਾਂ ਦੀ ਪਾਰਟੀ ਰਹੀ ਆ, ਤੇ ਹਮੇਸ਼ਾ ਬਾਦਲ ਸਾਹਿਬ ਦਾ ਇੱਕੋ ਨਾਅਰਾ ਰਿਹਾ ਵੀ ਭਾਈਚਾਰਕ ਸਾਂਝ, ਤੇ ਭਾਈਚਾਰਕ ਸਾਂਝ ਨੂੰ ਕਾਇਮ ਰੱਖਣ ਲਈ ਸ਼੍ਰੋਮਣੀ ਅਕਾਲੀ ਦਲ ਨੇ BJP ਨਾਲੋਂ ਨਾਤਾ ਤੋੜਿਆ ਅਤੇ BSP ਨਾਲ ਆਪਦਾ ਗਠਬੰਧਨ ਕੀਤਾ। ਇਸ ਚੀਜ਼ ਦਾ ਆਪਾਂ ਫਾਇਦਾ ਚੱਕਣਾ ਕਿ ਆਪਾਂ ਨੁਕਸਾਨ ਲੈਣਾ, ਆਹ ਦੱਸ ਦਿਓ, ਠੀਕ ਹੈ ਨਾ? ਆਪਾਂ ਫਾਇਦਾ ਚੱਕ ਸਕਦੇ ਯਾਰ ਵੀ ਇਹੋ ਜਿਹੀ ਨੇੜਤਾ ਕਿਸੇ ਨੂੰ ਨਸੀਬ ਹੁੰਦੀ ਹੈ ਇਹੋ ਜਿਹੇ ਪਰਿਵਾਰਾਂ ਦੇ ਵਿੱਚ। ਤੇ ਯਾਰ ਮੁਕਤਸਰ ਹਲਕਾ, ਮੈਂ ਤੁਹਾਨੂੰ ਇੱਕ ਦੱਸ ਦਿੰਦਾ ਵੀ ਦੇਖੋ, ਉਹਨਾਂ ਹਲਕਿਆਂ ਤੋਂ ਬਿਨਾਂ ਜਾਂ ਮਜੀਠੀਆ ਸਾਹਿਬ ਤੋਂ ਬਿਨਾਂ, ਮੈਂ ਤੁਹਾਨੂੰ ਇੱਕ ਵਿਸ਼ਵਾਸ ਦਿਵਾਉਣਾ ਵੀ ਤੁਹਾਡਾ ਹਲਕਾ ਮੁੱਖ 117 ਚੋਂ ਤੀਜੇ ਜਾਂ ਚੌਥੇ ਨੰਬਰ ਤੇ ਹੋਊਗਾ, ਪੈਸੇ ਲਿਆਉਣ 'ਚ ਵੀ, ਤੁਹਾਡੀ ਗੁਰੂ ਮਹਾਰਾਜ ਤੋਂ ਡਰ ਕੇ ਕਹਿਣਾ ਟੌਰ 'ਚ ਵੀ, ਸਾਰੇ ਪਾਸਿਓਂ ਤੁਸੀਂ ਦੂਜੇ ਜਾਂ ਤੀਜੇ ਜਾਂ ਚੌਥੇ ਨੰਬਰ ਤੇ ਹੋਣਗੇ ਸਾਰੇ ਪਿੰਡ। ਆ ਹੁਣ ਇਸ ਕਰਕੇ ਮੇਰੀ ਬੇਨਤੀ ਆ, ਢਿੱਲੇ ਨਹੀਂ ਹੋਣਾ, ਮਾੜੇ ਨਹੀਂ ਸਮਝਣਾ, ਕਿਸੇ ਨੇ ਯਾਰ ਮੂੰਹ ਬਣਾ ਕੇ ਘਰੇ ਨਹੀਂ ਬੈਠਣਾ।
ਜੇ ਕਿਸੇ ਨੂੰ ਕੋਈ ਤਕਲੀਫ ਆ ਸਾਰੀ ਲੀਡਰਸ਼ਿਪ ਬੈਠੀ ਆ, ਮੈਂ ਤੁਹਾਡਾ ਭਰਾ ਬੈਠਾ ਯਾਰ, ਲੜ ਲਿਆ ਕਰੋ, ਭਿੜ ਲਿਆ ਕਰੋ, ਪਰ ਘਰੇ ਨਹੀਂ ਬੈਠੇ। ਕਿਉਂਕਿ ਯਾਰ ਵੇਖੋ, ਹੋਰ ਕਿਸੇ ਨੇ ਤੁਹਾਡੀ ਬਾਂਹ ਨਹੀਂ ਫੜਨੀ ਗੀ ਇੱਥੇ। ਮੁਕਤਸਰ ਦੇ ਵਿੱਚ ਤੁਸੀਂ ਦੱਸ ਦਿਓ ਜਾਂ ਪੰਜਾਬ 'ਚ ਹੀ ਦੱਸ ਦਿਓ, ਠੀਕ ਹੈ ਨਾ ਯਾਰ, ਆਪਣੇ ਕੰਡਾ ਚੁੱਭਦਾ ਅਸੀਂ ਬਾਦਲ ਸਾਹਿਬ ਭੱਜੇ ਆਉਂਦੇ ਸੀਗੇ, ਤੇ ਤੁਸੀਂ ਦੱਸ ਦਿਓ ਕਿਸੇ ਨੇ ਹੈਲੀਕਾਪਟਰ 5 ਸਾਲਾਂ 'ਚ ਵੇਖਿਆ ਕੈਪਟਨ ਦਾ ਇੱਥੇ? ਇਸ ਕਰਕੇ ਯਾਰ ਮੇਰੀ ਬੇਨਤੀ ਆ, ਇਲੈਕਸ਼ਨ ਬੜੇ ਬਰੀਕੀ ਨਾਲ ਲੜਨਾ। ਆਪਾਂ ਇਹ ਤੋਂ ਬਾਅਦ 15-20 ਦਿਨਾਂ ਤਾਈਂ ਸਰਕਲ ਵਾਈਜ਼ ਮੀਟਿੰਗ ਰੱਖਾਂਗੇ, ਕਿਉਂਕਿ ਵੱਡੀ ਮੀਟਿੰਗ ਨਹੀਂ ਰੱਖਣੀ। ਵੱਡੀ ਮੀਟਿੰਗ ਰੱਖਾਂਗੇ ਜਦੋਂ ਸੁਖਬੀਰ ਸਿੰਘ ਬਾਦਲ ਜੀ ਨੇ ਆਉਣਾ, ਉਹਨਾਂ ਦੇ ਪ੍ਰੋਗਰਾਮ ਆ ਜਿਹੜੇ ਮਤਲਬ 25-26 ਤਰੀਕ ਨੂੰ ਬਣਨਗੇ, ਉਦੋਂ ਪਹਿਲਾਂ ਸਰਕਲਾਂ ਦੀ ਮੀਟਿੰਗ ਰੱਖ ਕੇ ਸਰਕਲ ਪ੍ਰਧਾਨ ਜ਼ਿੰਮੇਵਾਰੀ ਨਾਲ ਸਮਝਣ, ਚਾਹੇ ਉਹ ਯੂਥ ਦੇ ਆ, ਚਾਹੇ ਉਹ SC ਦੇ ਵਿੰਗ ਦੇ, ਕੋਈ ਵੀ ਆ, ਚਾਹੇ ਜਰਨਲ, ਵੀ ਆਪਦੀ ਜ਼ਿੰਮੇਵਾਰੀ ਬਾਖੂਬੀ ਨਿਭਾਇਓ। ਆ ਨਾ ਹੋਵੇ ਯਾਰ ਮਤਲਬ ਕਿ ਤੁਸੀਂ ਇਹਨੂੰ ਐਰਾ ਗੈਰਾ ਸਮਝ ਕੇ ਛੱਡੀ ਜਾਓ। ਛੋਟੀਆਂ ਮੀਟਿੰਗਾਂ ਕਰਕੇ ਵਰਕਰਾਂ ਦੀਆਂ ਆਪਾਂ ਬੂਥ ਦੀ ਲੜਾਈ ਲੜਨੀ ਆ, ਨਾ ਕਿ ਇੱਕ ਪਿੰਡ ਦੀ ਲੜਾਈ। ਬੂਥ ਵਾਈਜ਼ ਲੜਾਈ ਲੜਨੀ ਆ। 15 ਦਿਨਾਂ ਦੇ ਵਿੱਚ ਜਿਨ੍ਹਾਂ ਨੇ ਬੂਥ ਵਾਈਜ਼ ਵਾਲੀਆਂ ਲਿਸਟਾਂ ਨਹੀਂ ਮਤਲਬ ਕਿ ਬਣਾਈਆਂ, 12 ਤਰੀਕ ਨੂੰ ਸ਼ਹਿਰ ਦੀਆਂ ਵੀ ਤੇ ਪਿੰਡਾਂ ਦੀਆਂ ਵੀ ਬੂਥ ਵਾਲੀਆਂ ਜਿਹੜੀਆਂ ਲਿਸਟਾਂ ਉਹ ਚਾਹੀਦੀਆਂ, ਤਾਂ ਕਿ ਆਪਾਂ ਲੜਾਈ ਲੜ ਸਕੀਏ। ਜਿੱਥੇ ਵੀ ਤੁਹਾਡੇ ਕੋਈ ਰਿਸ਼ਤੇਦਾਰ ਆ, ਜਿੱਥੇ ਕੋਈ ਲਿਹਾਜ਼ ਆ, ਜਿੱਥੇ ਕੋਈ ਭੈਣ ਭਰਾ, ਉਹਨਾਂ ਨੂੰ ਵੀ ਸਾਰਿਆਂ ਨੂੰ ਬੇਨਤੀ ਕਰਿਓ ਵੀ ਸ਼੍ਰੋਮਣੀ ਅਕਾਲੀ ਦਲ ਇੱਕ ਇਹੋ ਜਿਹੀ ਜਥੇਬੰਦੀ ਆ ਜਿਹੜੀ ਲੋਕਾਂ ਨਾਲ ਨਿਭਦੀ ਆ, ਜਿਹੜੀ ਸੰਗਤ ਦੇ ਨਾਲ ਖੜਦੀ ਆ। ਇਸ ਕਰਕੇ ਕਿਉਂਕਿ ਅੱਜ ਸ਼ੁਕਰਾਨਾ ਕਰਨਾ ਸੀਗਾ, ਤੇ ਮੈਂ ਤੁਹਾਡੀ ਜਿੰਨੀ ਵੀ ਤੁਸੀਂ ਸੰਗਤ ਪਹੁੰਚੇ ਹੋ, ਕਿਉਂਕਿ ਮੈਂ ਤੁਹਾਡੇ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ। ਤੇ ਮੈਂ ਬਿੰਦਰ ਜੀ ਬੇਨਤੀ ਆ ਵੀ ਸਾਰੀਆਂ ਜਥੇਬੰਦੀਆਂ ਦੇ ਮੇਨ ਲਿਸਟਾਂ, ਠੀਕ ਹੈ ਨਾ, ਵੰਡ ਕੇ ਹਰ ਚੀਜ਼ ਨੂੰ ਵੰਡ ਕੇ ਕਰੋ। ਜ਼ਿੰਮੇਵਾਰ ਸੱਜਣ ਕੱਢ ਲਓ, ਵੰਡ ਕੇ ਸਾਰੀਆਂ ਚੀਜ਼ਾਂ ਕਰੋ। ਇੱਕ ਚੀਜ਼ ਮਤਲਬ ਕਿ ਚਾਹੇ ਕੋਈ ਕਿਸੇ ਨੇ ਕੋਈ ਵੀ ਡਿਊਟੀ ਆ, ਸਾਰੀਆਂ ਸੀਨੀਅਰ ਲੀਡਰਸ਼ਿਪ ਬੈਠੀ ਆ, ਵੰਡ ਕੇ ਸਾਰੀਆਂ ਲਾਓ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਅਤੇ ਬਹੁਜਨ ਸਮਾਜ ਪਾਰਟੀ ਦੇ ਸਾਰੀ ਸੀਨੀਅਰ ਲੀਡਰਸ਼ਿਪ ਸਾਹਮਣੇ ਬਿਰਾਜਮਾਨ ਸਾਰੇ ਵਰਕਰ ਸਾਹਿਬਾਨ, ਸਭ ਨੂੰ ਫਤਿਹ ਅਰਜ਼ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਮੇਰੇ ਤੋਂ ਪਹਿਲਾਂ ਸਟੇਜ ਸਕੱਤਰ ਸਾਹਿਬ ਨੇ ਦੱਸਿਆ ਵੀ ਗੁਰਦੁਆਰਾ ਸਾਹਿਬ ਆਪਾਂ ਗੁਰੂ ਮਹਾਰਾਜ ਦਾ ਸ਼ੁਕਰਾਨਾ ਕਰਨ ਲਈ ਸਾਰੇ ਆਪਾਂ ਇਕੱਠੇ ਹੋਏ। ਆਹ ਮੀਟਿੰਗ ਤਾਂ ਚਲੋ ਉਸ ਤੋਂ ਬਾਅਦ ਆਪਾਂ ਜਿੰਨੀ ਸੰਗਤ ਆਈ ਹੈ, ਕਿਉਂਕਿ ਆਪਾਂ ਵਰਕਰ ਮੀਟਿੰਗ ਨਹੀਂ ਕਹਿ ਸਕਦੇ ਕਿਉਂਕਿ ਕੋਈ ਸਰਕਲ ਪ੍ਰਧਾਨ ਰਹਿ ਗਿਆ ਜਾਂ ਕੁਛ ਨਹੀਂ ਹੈ, ਪਰ ਜਿੰਨੇ ਤੁਸੀਂ ਸਤਿਕਾਰਯੋਗ ਆਏ ਹੋ, ਤੁਹਾਡਾ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ। ਸਾਰੀ ਲੀਡਰਸ਼ਿਪ ਦਾ ਧੰਨਵਾਦ ਕਰਦਾ, ਕਿਉਂਕਿ ਅੱਜ ਆਪਾਂ ਨੂੰ ਜੋ ਮਾਣ ਬਖਸ਼ਿਆ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ, ਤੇ ਉਸ ਮਾਣ ਵਜੋਂ ਅੱਜ ਆਪਾਂ ਗੁਰੂ ਮਹਾਰਾਜ ਜੀ ਦਾ ਸ਼ੁਕਰਾਨਾ, ਕਿਉਂਕਿ ਆ ਜਿਹੜੀਆਂ ਮਤਲਬ ਕਿ ਵਡਿਆਈਆਂ ਹੁੰਦੀਆਂ ਜਾਂ ਆ ਜਿਹੜੇ ਮਾਣ ਬਖਸ਼ੇ ਜਾਂਦੇ ਆ, ਗੁਰੂ ਮਹਾਰਾਜ ਦੀ ਬਖਸ਼ਿਸ਼ ਦੇ ਨਾਲ ਹੀ ਬਖਸ਼ੇ ਜਾਂਦੇ। ਤੇ ਆ ਕਿਉਂਕਿ ਆਪਣੀ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ, ਕਿਉਂਕਿ ਅੱਜ ਨਵੀਆਂ ਪਾਰਟੀਆਂ, ਕੋਈ ਨਵੀਂ ਅੱਜ ਖੜੀ ਕਰ ਲੈਂਦਾ, ਕੋਈ ਕੱਲ੍ਹ ਖੜੀ ਕਰ ਲੈਂਦਾ, ਕੋਈ ਖੜ ਕੇ ਹਫ਼ਤਾ ਕੁ ਖੜ ਕੇ ਟੁੱਟ ਜਾਂਦਾ। ਮਤਲਬ ਕਿ ਤੁਹਾਡੀ ਪਾਰਟੀ, ਤੁਹਾਡੀ ਜਥੇਬੰਦੀ ਦਾ ਇਤਿਹਾਸ ਆ 100 ਸਾਲ ਪੁਰਾਣਾ ਇਤਿਹਾਸ, ਤੇ 100 ਸਾਲ ਪੁਰਾਣੇ ਇਤਿਹਾਸ ਦੇ ਵਿੱਚ ਹਮੇਸ਼ਾ ਇਸ ਜਥੇਬੰਦੀ 'ਤੇ ਚੰਗੇ ਮਾੜੇ ਸਮੇਂ ਆਉਂਦੇ ਰਹੇ ਆ, ਪਰ ਵਰਕਰਾਂ ਦੇ ਹੌਸਲੇ ਨਾਲ, ਵਰਕਰਾਂ ਦੀ ਲੜਾਈ ਦੇ ਨਾਲ ਹਮੇਸ਼ਾ ਲੀਡਰਸ਼ਿਪ ਕਾਇਮ ਰਹੀ ਹੈ। ਤੇ ਇਸ ਗੱਲ ਦਾ ਆਪਾਂ ਨੂੰ ਬੜਾ ਮਾਣ ਹੋਣਾ ਚਾਹੀਦਾ ਮੁਕਤਸਰ ਸਾਹਿਬ ਦੀ ਸਾਰੀ ਸੰਗਤ ਨੂੰ, ਵੀ ਆ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਟਿਕਟ ਲੈਣੀ ਆ ਕੋਈ ਮਾਮੂਲੀ ਗੱਲ ਨਹੀਂ ਹੁੰਦੀ। ਆ ਬੜਾ ਵੱਡਾ ਇੱਕ ਮਾਣ, ਬੜਾ ਵੱਡਾ ਇਮਤਿਹਾਨ ਦੇ ਵਿੱਚੋਂ ਤੁਹਾਨੂੰ ਗੁਜ਼ਰਨਾ ਪੈਂਦਾ। ਕਈ ਤਾਂ ਹੁੰਦੇ ਆ ਲਾਲਚ 'ਚ ਆ ਜਾਂਦੇ ਆ, ਪਹਿਲੇ ਸਾਲ ਆਉਂਦੇ, ਦੂਜੇ ਸਾਲ ਟਿਕਟ ਭਾਲਦੇ ਆ, ਪਰ ਇੱਥੇ ਕਈ ਵਾਰੀ ਤੁਹਾਡੀਆਂ ਪੀੜ੍ਹੀਆਂ ਦਰ ਪੀੜ੍ਹੀਆਂ ਲੱਗ ਜਾਂਦੀਆਂ ਤੁਹਾਡਾ ਵਿਸ਼ਵਾਸ ਬਣਾਉਂਦੇ। ਇਸ ਵਿਸ਼ਵਾਸ ਨੂੰ ਕਾਇਮ ਰੱਖਦਿਆਂ ਹੋਇਆਂ ਤੁਹਾਡੀ ਬਖਸ਼ਿਸ਼ ਦੇ ਨਾਲ ਮੈਂ ਅੱਗੇ ਵੀ ਇੱਕੋ ਗੱਲ ਕਹਿਣਾ ਹੁੰਦਾ ਵੀ ਜੇ ਅੱਜ ਰੋਜ਼ੀ ਬਰਕੰਦੀ ਤੁਹਾਡਾ ਭਰਾ, ਤੁਹਾਡਾ ਬੱਚਾ, ਜੇ ਤੁਹਾਡਾ ਜਿਵੇਂ ਅੰਕਲ ਮਿਤ ਸਿੰਘ ਬਰਾੜ ਨੇ ਕਿਹਾ, ਦੂਜੇ ਬੁਲਾਰਿਆਂ ਨੇ ਵੀ, ਚੜੇਵਾਨ ਸਾਹਿਬ, ਹਰਪਾਲ ਜੀ ਨੇ ਵੀ ਕਿਹਾ ਵੀ ਸਾਨੂੰ ਬੜਾ ਮਾਣ ਹੁੰਦਾ ਵੀ ਅੱਜ ਅਕਾਲੀ ਦਲ ਦੀਆਂ ਪਹਿਲੀਆਂ ਮਤਲਬ ਕਿ MLA ਬਣ ਕੇ ਪਹਿਲੀਆਂ ਸਫਰਾਂ 'ਚ ਆਉਣੇ ਆ। ਆਉਣੇ ਕਿਹਦੀ ਬਦੌਲਤ ਆ? ਆਉਣੇ ਆ ਤੁਹਾਡੀ। ਅਕਾਲੀ ਦਲ ਨੂੰ ਤਗੜੇ ਕਰਨ ਲਈ ਕੀਤੀ ਆ। ਮੈਂ ਤੁਹਾਨੂੰ ਇੱਕ ਗੱਲ ਬੜੀ ਚੰਗੀ ਤਰ੍ਹਾਂ ਦੱਸਣਾ ਚਾਹਣਾ, ਜਿਹੜੀਆਂ ਜਥੇਬੰਦੀਆਂ ਹੁੰਦੀਆਂ ਨਾ,
ਉਹ ਇਨਸਾਨ ਨੂੰ ਕਾਇਮ ਕਰਦੀਆਂ, ਨਾ ਕਿ ਇਨਸਾਨ ਜਥੇਬੰਦੀ ਨੂੰ ਕਾਇਮ ਕਰਦਾ। ਮਤਲਬ ਕਿ ਜੇ ਆਪਾਂ ਸੋਚੀਏ ਨਾ ਵੀ ਆਪਣੇ ਸਿਰ ਤੇ ਪਾਰਟੀ ਨਹੀਂ, ਪਾਰਟੀ ਦੇ ਸਿਰ ਤੇ ਆਪਾਂ ਸਾਰੇ ਅੱਜ ਜੇ ਆ ਨਹੀਂ ਵੀ ਇੱਕ ਰੋਜ਼ੀ ਬਰਕੰਦੀ ਚਲਾ ਗਿਆ ਜਾਂ ਇੱਕ ਮਿਤਸਿਓ ਜਾਂ ਹੀਰਾ ਸਿਓ ਚਲਾ ਗਿਆ ਤਾਂ ਪਾਰਟੀ ਖਤਮ ਹੋ ਜੂਗੀ, ਨਹੀਂ। ਇਸ ਪਾਰਟੀ 'ਚ ਬੜੇ ਵੱਡੇ ਯੋਧੇ, ਬੜੇ ਤੁਸੀਂ ਸੰਘਰਸ਼ ਵਾਲੇ ਆ, ਤੇ ਮਾਣ ਨਾਲ ਜਦੋਂ ਤੁਸੀਂ ਕਹਿੰਦੇ ਹੋ ਵੀ ਸਾਡੀ ਤੀਜੀ ਪੀੜ੍ਹੀ ਹੈ ਜੀ, ਸਾਡੀ ਚੌਥੀ ਪੀੜ੍ਹੀ ਹੈ ਜੀ, ਸਾਡੇ ਬਜ਼ੁਰਗਾਂ ਨੇ ਜੇਲ੍ਹ ਕੱਟੀ ਹੈ, ਮਤਲਬ ਕਿ ਉਦੋਂ ਇੱਕ ਮਾਣ ਹੁੰਦਾ ਵੀ ਯਾਰ ਆਪਾਂ ਉਸ ਪਾਰਟੀ ਦੇ, ਉਸ ਜਥੇਬੰਦੀ ਦੇ ਆਪਾਂ ਨੁਮਾਇੰਦੇ। ਇਸ ਕਰਕੇ ਮੈਂ ਤੁਹਾਡੀ ਸਾਰੀ ਸੰਗਤ ਦਾ, ਕਿਉਂਕਿ ਆਪਾਂ ਗੁਰੂ ਮਹਾਰਾਜ ਦਾ ਸ਼ੁਕਰਾਨਾ ਕਰਨ ਆਏ ਸੀਗੇ, ਕਿਉਂਕਿ ਉਹਨਾਂ ਨੇ ਕਿਰਪਾ ਕੀਤੀ ਆ। ਪ੍ਰਧਾਨ ਜੀ ਦਾ ਧੰਨਵਾਦ ਕਰਦੇ ਆ ਸਾਰੀ ਜਥੇਬੰਦੀ ਵੱਲੋਂ, ਮੁਕਤਸਰ ਸਾਹਿਬ ਦੀ ਵੱਲੋਂ। ਤੇ ਮੈਂ ਤੁਹਾਨੂੰ ਇੱਕੋ ਗੱਲ ਬੇਨਤੀ ਕਰੂੰਗਾ ਵੀ ਆ ਕੱਲ੍ਹ ਨੂੰ ਸੈਸ਼ਨ ਆ, ਅੱਜ ਸੈਸ਼ਨ 'ਤੇ ਜਾਣਾ, ਇੱਕ ਦਿਨ ਦਾ ਸੈਸ਼ਨ ਆ ਕੇ ਯਾਰ ਜਿਵੇਂ ਆਪਾਂ ਜ਼ੋਨ ਬਣਾਉਣੇ ਹੁੰਦੇ, ਛੋਟੇ ਜ਼ੋਨ, ਕਿਉਂਕਿ ਯਾਰ ਤੁਸੀਂ ਜ਼ੋਨ ਤੁਸੀਂ ਆਪ ਹੀ ਸਾਂਭਣੇ ਆ। ਸਰਕਲ ਪ੍ਰਧਾਨਾਂ ਨੂੰ ਮੇਰੀ ਬੇਨਤੀ ਆ, ਹੱਥ ਜੋੜ ਕੇ ਆਹ ਨਾ ਲੜਾਈ ਹੈ ਜਿਹੜੀ ਲੜਨੀ ਸਾਰਿਆਂ ਨੇ ਆ, ਪਰ ਕੁਛ ਕੁ ਜ਼ਿੰਮੇਵਾਰੀਆਂ ਹੁੰਦੀਆਂ, ਠੀਕ ਹੈ ਨਾ। ਜ਼ਿੰਮੇਵਾਰੀ ਨੂੰ ਬਾਖੂਬੀ ਸਮਝੋ ਹੁਣ, ਕਿਉਂਕਿ ਦੇਖੋ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਦਾ, ਸਰਕਾਰ ਤੁਹਾਡੀ ਆਉਣੀ ਹੈ, ਇਹਦੇ 'ਚ ਕੋਈ ਸ਼ੱਕ ਨਹੀਂ। ਦੇਖੋ ਜੇ ਸਰਦਾਰ ਸੁਖਬੀਰ ਸਿੰਘ ਬਾਦਲ ਸੁਬਾਹ 6 ਵਜੇ ਉੱਠ ਕੇ 9:30 ਵਜੇ ਨੂੰ ਦੂਰ ਹਲਕਿਆਂ 'ਚ ਪਹੁੰਚ ਕੇ ਰਾਤ ਦੇ 9 10 ਵਜੇ ਤੱਕ ਮਿਹਨਤ ਕਰਕੇ ਯਾਰ ਜੇ ਉਹ ਇਸ ਗੱਲ ਤੇ ਲੱਗੇ ਹੋਏ ਵੀ ਆਪਾਂ ਪਾਰਟੀ ਦੀ ਸਰਕਾਰ ਬਣਾਉਣੀ ਆ, ਤਾਂ ਫਿਰ ਯਾਰ ਆਪਣਾ ਫਰਜ਼ ਬਣਦਾ ਵੀ ਆਪਾਂ ਸਾਰੇ ਘੱਟੋ ਘੱਟ ਯਾਰ 2-2 4-4 ਘੰਟੇ ਦਾ ਆਪਾਂ ਦਿਹਾੜੀ ਦੇ ਆਪਣੀ ਜਥੇਬੰਦੀ ਪਿੱਛੇ ਲਈ। ਕਿਉਂਕਿ ਯਾਰ ਮੈਂ ਤੁਹਾਨੂੰ ਇੱਕ ਦੱਸ ਦਿੰਦਾ ਵੀ ਆਹ ਸੰਘਰਸ਼ ਦੇ ਨਾਲ ਹੀ ਰਾਜ ਮਿਲਦਾ, ਸੁੱਤੇ ਪਏ ਰਾਜ ਨਹੀਂ ਮਿਲਦੇ ਹੁੰਦੇ। ਜੇ ਸੰਘਰਸ਼ ਕਰਾਂਗੇ ਤਾਂ ਫਿਰ ਹੀ ਆਹ ਗੱਲਾਂ ਬਣਦੀਆਂ ਹੁੰਦੀਆਂ। ਜੇ ਤੁਸੀਂ ਸੋਚੋ ਵੀ ਯਾਰ ਮੈਂ ਤਾਂ ਆਰਾਮ ਨਾਲ ਪਿਆ, ਕੋਈ ਨਹੀਂ ਸਰਦਾਰ ਮਿਸਿਓ ਕਰ ਲੂਗਾ, ਪੱਪੀ ਕਰ ਲੂਗਾ ਜਾਂ ਸਰਕਲ ਪ੍ਰਧਾਨ ਕਰ ਲੂਗਾ, ਨਹੀਂ। ਆਹ ਤੁਹਾਨੂੰ ਸਾਰਿਆਂ ਨੂੰ ਸੁਖਬੀਰ ਸਿੰਘ ਬਾਦਲ ਬਣਨਾ ਪੈਣਾ, ਫਿਰ ਆਪਣੀ ਮਤਲਬ ਕਿ ਸਰਕਾਰ ਆਉਣੀ ਆ। ਤੇ ਪਿਛਲੇ 10 ਸਾਲ ਤੁਸੀਂ ਦੇਖਿਆ ਹੋਣਾ ਵੀ ਯਾਰ ਜਿੰਨੇ ਤੁਸੀਂ ਇੱਥੇ ਬੈਠੇ ਹੋ ਚਿਹਰੇ, ਮੈਨੂੰ ਲੱਗਦਾ ਵੀ ਕਿਸੇ ਨੇ, ਠੀਕ ਆ ਨਹੀਂ ਮੈਂ ਕਹਿੰਦਾ 100%, ਪਰ ਮੈਨੂੰ ਲੱਗਦਾ ਵੀ 90% ਤੁਸੀਂ ਆਨੰਦ ਮਾਣਿਆ ਤੁਹਾਡੀ ਆਪ ਦੀ ਸਰਕਾਰ, ਸਾਰਾ ਕੁਝ ਪੂਰਾ ਹੋਇਆ। ਇਸ ਕਰਕੇ ਮੇਰੀ ਬੇਨਤੀ ਆ ਵੀ ਅਗਲਾ ਜਿਹੜਾ ਸਮਾਂ ਉਹ ਤੁਹਾਡਾ, ਇਸ ਸਮੇਂ ਨੂੰ ਕਿਵੇਂ ਆਪਾਂ, ਤੇ ਇੱਕ ਮੈਂ ਤੁਹਾਨੂੰ ਦੱਸ ਦਿੰਦਾ, ਜਦੋਂ ਕੋਈ ਪੱਤਰਕਾਰ ਸਾਹਿਬਾਨ ਸਵਾਲ ਪੁੱਛਦਾ ਵੀ ਲੜਾਈ ਕਿਹਦੇ ਨਾਲ, ਠੀਕ ਹੈ ਨਾ, ਆਪਣੇ ਕਈ ਸਮਝਣਗੇ ਯਾਰ ਆਪਾਂ ਤਾਂ ਬਸ ਜਿੱਤੇ ਹੀ ਪਏ ਆ ਜੀ। ਯਾਰ ਕਈ ਵਾਰੀ ਆ ਹੁੰਦਾ, ਆਹ ਘੋੜੋ ਨਾ ਕਰ ਲਿਓ, ਨਹੀਂ ਤਾਂ ਮੈਂ ਤੁਹਾਨੂੰ ਇੱਕ ਦੱਸ ਦਿੰਦਾ ਤੁਸੀਂ ਨੁਕਸਾਨ ਖਾਓਗੇ। ਦੁਸ਼ਮਣ ਨੂੰ ਕਦੀ ਮਾੜਾ ਨਹੀਂ ਸਮਝਣਾ ਚਾਹੀਦਾ, ਕੋਈ ਵੀ ਹੋਵੇ, ਠੀਕ ਹੈ ਨਾ। ਲੜਾਈ ਚੰਗੀ ਤਰ੍ਹਾਂ ਲੜਨੀ ਆ ਨਹੀਂ ਗਾ ਯਾਰ ਵੀ ਠੀਕ ਆ ਉਹ ਮਾੜਾ ਜਾਂ ਤਗੜਾ ਨਹੀਂ ਵੇਖਣਾ। ਆਪਾਂ ਯਾਰ ਕਿਸੇ ਨੂੰ ਆਪਾਂ ਆਪਣੀ ਗੱਲ ਕਰਨੀ ਆ ਵੀ ਅਸੀਂ ਯਾਰ ਆਹ ਕੀਤਾ, ਅਸੀਂ ਆਹ ਕਰਨਾ। ਆਪਾਂ ਐਵੇਂ ਕਿਸੇ ਨੂੰ ਨਿੰਦਣ ਦੀ ਲੋੜ ਨਹੀਂ ਕਿ ਉਹ ਮਤਲਬ ਕਿ ਉਹ ਨਿੰਦਦੇ ਹੁੰਦੇ ਆ ਜਿਨ੍ਹਾਂ ਨੇ ਕੰਮ ਨਹੀਂ ਕੀਤੇ। ਆਹ ਤਾਂ ਸਰਕਾਰ ਵਾਲੇ ਹੁਣ ਕਰਨਗੇ, ਮਤਲਬ ਕਿ ਇਹਨਾਂ ਨੇ ਕਦੀ ਹਿੱਕ ਥਾਪੜ ਕੇ ਕਿਹਾ ਵੀ ਅਸੀਂ ਮੁਕਤਸਰ ਲਈ ਆਹ ਕੀਤਾ 5 ਸਾਲਾਂ, ਅਸੀਂ 10 ਰੁਪਏ ਲਿਆਂਦੇ ਆ। ਹਰਪਾਲ ਸਿੰਘ ਬੇਦੀ ਸਾਹਿਬ ਬੈਠੇ ਆ, ਮੈਨੂੰ ਲੱਗਦਾ ਵੀ ਇਹਦੀ ਢੋਈ ਸਿੱਧੀ ਨਹੀਂ ਸੀ ਹੁੰਦੀ। ਅੰਕਲ ਮਿਤ ਸਿੰਘ ਜੀ ਬਰਾੜ ਬੈਠੇ ਆ, ਨਗਰ ਕੌਂਸਲ ਦੇ ਪ੍ਰਧਾਨ ਰਹੇ ਆ, ਚੈੱਕ ਸਾਈਨ ਕਰਕੇ। ਪਿਛਲੇ 5 ਸਾਲਾਂ ਦੇ ਹਾਲਾਤ ਵੇਖ ਲਓ ਕੀ ਬਣਾਤੇ ਇਹਨਾਂ ਨੇ। ਯਾਰ ਸ਼ਰਮ ਦੀ ਗੱਲ ਆ, ਸ਼ਹਿਰ ਨਿਵਾਸੀ ਤੁਸੀਂ ਬੈਠੇ ਹੋ, ਕਈ 33 ਮੀਟਿੰਗਾਂ ਹੋਈਆਂ ਸਰਦਾਰ ਮਿਤ ਸਿੰਘ ਜੀ ਬਰਾੜ ਵੇਲੇ, ਤਕਰੀਬਨ 33 ਮੀਟਿੰਗਾਂ ਹੋਈਆਂ ਹਰਪਾਲ ਸਿੰਘ ਜੀ ਬੇਦੀ ਵੇਲੇ। ਇੱਕ ਵੀ ਮੀਟਿੰਗ, ਇੱਕ ਅੱਧਾ ਠੀਕ ਹੈ MC ਕੋਈ ਗੈਰ ਹਾਜ਼ਰ ਕਿਹੜੀ ਗੱਲੋਂ ਹੁੰਦਾ ਸੀ ਜੇ ਕਿਸੇ ਦਾ ਕੰਮ ਹੁੰਦਾ ਸੀ। ਤੇ ਵੱਡੀ ਸ਼ਰਮ ਵਾਲੀ ਗੱਲ ਆ ਯਾਰ, ਪਹਿਲੀ ਮੀਟਿੰਗ 17 MC ਸਰਕਾਰ ਦੇ ਹੋਣ ਤੇ ਪਹੁੰਚੇ ਕਿੰਨੇ? 5। ਮਤਲਬ ਕਿ ਆਹ ਹਾਲਾਤ ਆ ਇਹਨਾਂ ਦੇ ਆ। ਤੇ ਉਧਰ ਵੇਖ ਲਓ ਤੁਸੀਂ, ਸਿੱਧੂ ਆਪਦਾ ਬੈਂਡ ਵਾਜਾ ਬਣਾਈ ਜਾਂਦਾ, ਦੂਜੇ ਆਪਦਾ ਬੈਂਡ ਵਾਜਾ ਵਜਾਈ ਪੈ ਜਾਂਦੇ। ਤੁਹਾਡਾ ਕੀ ਸਵਾਰਨਗੇ? ਇੱਥੇ ਕੀ ਆ, ਇੱਕੋ ਝੰਡਾ, ਪੰਥ ਦਾ ਝੰਡਾ ਤੇ ਪੰਥਕ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ, ਜਿਹੜੇ ਕਿ ਜਿਨ੍ਹਾਂ ਨੇ ਮੁੱਖ ਮੰਤਰੀ। ਤੇ ਮੈਂ ਤੁਹਾਨੂੰ ਇੱਕੋ ਬੇਨਤੀ ਕਰਦਾ, ਗੁਰੂ ਮਹਾਰਾਜ ਤੋਂ ਡਰ ਕੇ ਆਪਾਂ ਪਵਿੱਤਰ ਸਥਾਨ ਤੇ ਖੜੇ ਹਾਂ। ਤੁਹਾਨੂੰ ਪਤਾ ਵੀ ਸਰਦਾਰ ਸੁਖਬੀਰ ਸਿੰਘ ਬਾਦਲ ਨਾਲ ਕੀ, ਵੇਖੋ ਸਾਡੇ ਉਹ ਕਿਵੇਂ ਕਹਿੰਦੇ ਵੀ ਪਿਤਾ ਦੇ ਸਮਾਨ ਆ, ਵੱਡੇ ਭਰਾ ਵੀ ਆ, ਪਿਤਾ ਵੀ ਆ, ਕਿਉਂਕਿ ਉਹਨਾਂ ਦੀ ਉਂਗਲ ਫੜ ਕੇ ਯਾਰ ਅਸੀਂ ਸਿਆਸਤ 'ਚ ਆਏ। ਤੇ
ਉਂਗਲ ਫੜਨ ਤੋਂ ਬਾਅਦ ਹੁਣ ਤਾਂ ਯਾਰ ਜਮਾਂ ਉਹਨਾਂ ਨੇ ਨਾ ਮੈਨੂੰ ਲੱਗਦਾ ਵੀ ਗੁੱਟ ਫੜਿਆ ਹੋਇਆ ਹੈ ਪੂਰਾ ਬੋਲੇ